ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪਾਂ ਸ਼ੁੱਕਰਵਾਰ ਵਾਲੇ ਦਿਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਮਨਾਇਆ ਸੀ। ਅੱਜ ਵੀ ਆਪਾਂ ਉਹਨਾਂ ਦੀ ਯਾਦ ਵਿੱਚ ਆਪਣੇ ਮਨ ਅਤੇ ਬਿਰਤੀਆਂ ਨੂੰ ਜੋੜਨ ਦਾ ਯਤਨ ਕਰਨਾ ਹੈ। ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਲਿਖਦਿਆਂ ਇਹ ਫਰਮਾਉਂਦੇ ਨੇ ਕਿ ਗੁਰੂ ਜੀ ਜਦੋਂ ਸਿੱਧਾਂ ਨੂੰ ਮਿਲੇ, ਸਿੱਧਾਂ ਨਾਲ ਗੱਲਬਾਤ ਹੋਈ, ਸਿੱਧਾਂ ਨੇ ਬਹੁਤ ਸਾਰੇ ਸਵਾਲ ਕੀਤੇ ਜੋ ਸਿੱਧ ਗੋਸ਼ਟ ਬਾਣੀ ਦੇ ਅੰਦਰ ਦਰਜ ਹਨ। ਉਹਨਾਂ ਸਾਰੇ ਸਵਾਲਾਂ ਦੇ ਬਾਖੂਬੀ ਗੁਰੂ ਨਾਨਕ ਸਾਹਿਬ ਜੀ ਨੇ ਜਵਾਬ ਦਿੱਤੇ। ਉਹਨਾਂ ਨੇ ਬਹੁਤ ਸਾਰੀਆਂ ਕਰਾਮਾਤਾਂ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਕੀਤੀਆਂ, ਪਰ ਗੁਰੂ ਨਾਨਕ ਸਾਹਿਬ ਉਹਨਾਂ ਦੀਆਂ ਕਰਾਮਾਤਾਂ ਤੋਂ ਪ੍ਰਭਾਵਿਤ ਨਾ ਹੋਏ। ਅਖੀਰ ਉਹਨਾਂ ਦੇ ਏਡੇ ਵੱਡੇ ਟਿਕਾ ਨੂੰ, ਉਹਨਾਂ ਦੀ ਸਹਿਜਤਾ ਨੂੰ, ਉਹਨਾਂ ਦੀ ਅਡੋਲਤਾ ਨੂੰ ਜਦੋਂ ਸਿੱਧਾਂ ਨੇ ਸਮਝ ਲਿਆ ਤੇ ਉਹਨਾਂ ਨੇ ਇਹ ਬਚਨ ਆਖਿਆ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਅਤੇ ਉਹਨਾਂ ਨੇ ਇਹ ਵੀ ਬਚਨ ਆਖੇ, ਧੰਨ ਨਾਨਕ ਤੇਰੀ ਵੱਡੀ ਕਮਾਈ। ਐ ਸਤਿਗੁਰੂ ਨਾਨਕ, ਤੁਸੀਂ ਧੰਨ ਹੋ ਔਰ ਤੁਹਾਡੀ ਜੋ ਭਜਨ ਬੰਦਗੀ ਵਾਲੀ ਕਮਾਈ ਹੈ ਉਹ ਵੀ ਧੰਨਤਾ ਦੇ ਯੋਗ ਹੈ। ਤੁਸੀਂ ਇਸ ਸੰਸਾਰ ਵਿੱਚ, ਵੱਡਾ ਪੁਰਖ ਤੋਂ ਮਤਲਬ ਹੁੰਦਾ ਹੈ ਅਕਾਲ ਪੁਰਖ, ਪਰਮਾਤਮਾ। ਪਰਮਾਤਮਾ ਹੀ ਗੁਰੂ ਨਾਨਕ ਸਾਹਿਬ ਜੀ ਦਾ ਸਵਰੂਪ ਧਾਰ ਕੇ ਸੰਸਾਰ ਵਿੱਚ ਆਇਆ ਹੈ। ਵੱਡਾ ਪੁਰਖ ਪ੍ਰਗਟਿਆ, ਪ੍ਰਗਟ ਹੋਇਆ ਹੈ ਗੁਰੂ ਨਾਨਕ ਦੇਵ ਮਹਾਰਾਜ ਦੇ ਰੂਪ ਵਿੱਚ ਅਕਾਲ ਪੁਰਖ ਵਾਹਿਗੁਰੂ, ਜਿਸ ਨੇ ਜਿਹੜਾ ਸਮਾਂ ਚੱਲ ਰਿਹਾ ਇਹਨੂੰ ਆਪਾਂ ਕਲਯੁਗ ਆਖਦੇ ਹਾਂ। ਕਲਯੁਗ ਅੰਦਰ ਜੋਤ ਜਗਾਈ। ਜੋਤ ਜਗਾਈ ਤੋਂ ਭਾਵ ਉਹਨਾਂ ਨੇ ਮਨੁੱਖਤਾ ਨੂੰ ਗਿਆਨ ਦਾ ਪ੍ਰਕਾਸ਼ ਵੰਡਿਆ। ਘਰ ਘਰ ਅੰਦਰ ਧਰਮਸ਼ਾਲ, ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ, ਧਰਮਸ਼ਾਲਾਵਾਂ ਬਣ ਗਈਆਂ। ਯਾਨੀ ਉਹ ਜਿਹੜੀ ਜੋਤ ਜਗਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਉਸ ਜੋਤ ਦਾ ਪ੍ਰਕਾਸ਼ ਉਸ ਵਕਤ ਤੇ ਹਿੰਦੁਸਤਾਨ ਅਤੇ ਉਹਦੇ ਨਾਲ ਲੱਗਦਿਆਂ ਕੁਝ ਇਲਾਕਿਆਂ ਵਿੱਚ ਹੋਇਆ ਸੀ। ਪਰ ਹੁਣ ਆਪਾਂ ਵੇਖਦੇ ਹਾਂ ਕਿ ਪੂਰੀ ਦੁਨੀਆ ਦੇ ਅੰਦਰ ਉਸ ਜੋਤ ਦਾ ਪ੍ਰਕਾਸ਼ ਹੋਣਾ ਪ੍ਰਾਰੰਭ ਹੋ ਚੁੱਕਾ ਹੈ। ਇੱਕ ਜ਼ਰੂਰ ਐਸਾ ਵਕਤ ਆਏਗਾ, ਭਾਵੇਂ ਆਪਾਂ ਉਦੋਂ ਨਹੀਂ ਹੋਵਾਂਗੇ, ਉਸ ਵਕਤ ਨੂੰ ਆਪਾਂ ਨਹੀਂ ਵੇਖ ਪਾਵਾਂਗੇ, ਪਰ ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਨ ਆਈ, ਪ੍ਰਗਟ ਭਈ ਸਗਲੇ ਜੋਗੇ ਅੰਤਰ, ਗੁਰੂ ਨਾਨਕ ਕੀ ਵਡਿਆਈ। ਗੁਰੂ ਨਾਨਕ ਸਾਹਿਬ ਜੀ ਦੀ ਇਸ ਵਡਿਆਈ ਨੇ ਪ੍ਰਗਟ ਹੋਣਾ ਹੈ। ਸੋ ਆਪਾਂ ਉਹਨਾਂ ਦੇ ਸੰਬੰਧ ਵਿੱਚ ਜਦੋਂ ਵਿਚਾਰ ਕਰਦੇ ਹਾਂ ਤੇ ਇੱਕ ਕਵੀ ਦੇ ਬੜੇ ਸੋਹਣੇ ਬਚਨ ਉਹ ਮੈਨੂੰ ਯਾਦ ਆਉਂਦੇ ਨੇ। ਉਹਨੇ ਲਿਖਿਆ ਕਿ ਜਬ ਵੀ ਹਮ तेरे दर पे गए,
ਹਾਥੋਂ ਮੇਂ ਲੇਕਰ ਫੂਲ ਗਏ। ਭਾਵ ਜਦੋਂ ਵੀ ਗੁਰੂ ਨਾਨਕ ਜੀ ਅਸੀਂ ਤੁਹਾਡੇ ਦਰ ਤੇ ਜਾਂਦੇ ਹਾਂ, ਕੁਝ ਨਾ ਕੁਝ ਭੇਟਾ ਲੈ ਕੇ ਜਾਂਦੇ ਹਾਂ, ਤੁਹਾਡੇ ਚਰਨਾਂ ਵਿੱਚ ਅਰਪਣ ਕਰਦੇ ਹਾਂ। वो फिरना था जो मक्के का, वो रुकना गिरते पर्वत का। हर बात तुम्हारी याद रही, पैगाम तुम्हारा भूल गए। समझण वाली गल है जी। सानू उन्हां दियां वो कहानियां याद रहीआं। उन्हां ने पर्वत रोक दिता, पंजा लगा होया। उन्हां ने मक्का फेर दिता, उन्हां ने खेती हरी भरी कर दिती, सप ने छां कीती सी, इत्यादक ਇਹ ਗੱਲਾਂ ਸਾਨੂੰ ਯਾਦ ਨੇ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸੰਦੇਸ਼ ਕੀ ਸੀ ਮਾਨਵਤਾ ਨੂੰ, ਸ਼ਾਇਦ ਅਸੀਂ ਉਸ ਨੂੰ ਭੁੱਲ ਗਏ ਹਾਂ। ਸਾਨੂੰ ਉਹ ਸੰਦੇਸ਼ ਕਦੇ ਨਹੀਂ ਭੁੱਲਣਾ ਚਾਹੀਦਾ। ਤੇ ਸੰਦੇਸ਼ ਉਹਨਾਂ ਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਦਰਜ ਹੈ। ਸੋ ਅੱਜ ਆਪਾਂ ਉਹਨਾਂ ਦੇ ਬਹੁਤ ਸਾਰਿਆਂ ਸੰਦੇਸ਼ਾਂ ਵਿੱਚੋਂ, ਬਹੁਤ ਸਾਰੇ ਜਿਹੜੇ ਉਹਨਾਂ ਦੀਆਂ ਸਿੱਖਿਆਵਾਂ ਨੇ, ਉਹਨਾਂ ਵਿੱਚੋਂ ਇੱਕ ਸਿੱਖਿਆ ਨੂੰ ਸਮਝਣਾ ਹੈ। ਇੱਕ ਵਕਤ ਸੀ ਤੇ ਉਹ ਵਕਤ ਅੱਜ ਵੀ ਹੈ। ਕੁਝ ਲੋਕ ਜਿਹੜੇ ਆਪਣੇ ਆਪ ਨੂੰ ਉੱਚ ਜਾਤੀ ਅਖਵਾਉਂਦੇ ਸਨ, ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਸ਼ੁੱਧ ਤੇ ਪਵਿੱਤਰ ਮੰਨਦੇ ਸਨ, ਜਦੋਂ ਕਿ ਸਰੀਰਾਂ ਵਿੱਚ ਕੋਈ ਫਰਕ ਨਹੀਂ। ਸ਼ੂਦਰ ਦਾ ਸਰੀਰ ਵੀ 5 ਤੱਤਾਂ ਤੋਂ ਬਣਿਆ ਹੈ ਤੇ ਸਭ ਤੋਂ ਸਿਰੇ ਦਾ ਉੱਤੇ ਵਾਲਾ ਜਿਹੜਾ ਉਹਨਾਂ ਨੇ ਵਰਗ ਮੰਨਿਆ ਸੀ ਬ੍ਰਾਹਮਣ ਲੋਕਾਂ ਨੇ, ਉਸ ਨੂੰ ਉਹ ਬ੍ਰਾਹਮਣ ਆਖਦੇ ਸਨ। ਸ਼ੂਦਰ ਤੋਂ ਲੈ ਕੇ ਬ੍ਰਾਹਮਣ ਤੱਕ ਤੇ ਬ੍ਰਾਹਮਣ ਤੋਂ ਲੈ ਕੇ ਸ਼ੂਦਰ ਤੱਕ ਜਿੰਨੇ ਅਸੀਂ ਜੀਵ ਹਾਂ, ਸਾਡਾ ਸਭਨਾਂ ਦਾ ਸਰੀਰ ਇੱਕੋ ਜਿਹਾ ਹੈ। ਸਭਨਾਂ ਦੇ ਸਰੀਰ ਵਿੱਚ ਲਹੂ ਚੱਲਦਾ ਹੈ, ਸਭਨਾਂ ਦਾ ਦਿਲ ਇੱਕੋ ਜਿਹਾ ਧੜਕਦਾ ਹੈ। ਸਭਨਾਂ ਨੂੰ ਪਰਮੇਸ਼ਵਰ ਨੇ ਸੰਸਾਰ ਵਿੱਚ ਆਉਣ ਦਾ ਰਸਤਾ ਇੱਕੋ ਜਿਹਾ ਦਿੱਤਾ ਹੈ। ਸਭਨਾਂ ਦਾ ਰਸਤਾ ਇਸ ਦੁਨੀਆ ਤੋਂ ਜਾਣ ਦਾ ਇੱਕੋ ਜਿਹਾ ਹੈ, ਕੋਈ ਵੀ ਫਰਕ ਨਹੀਂ। ਲੇਕਿਨ ਉਹ ਲੋਕ ਮੰਨਦੇ ਸਨ ਕਿ ਅਸੀਂ ਪਵਿੱਤਰ ਹਾਂ, ਅਸੀਂ ਸੁੱਚੇ ਹਾਂ, ਬਾਕੀ ਲੋਕ ਮੈਲੇ ਕੁਚੈਲੇ ਨੇ। ਜਦੋਂ ਕਿ ਮੈਲੀ ਕੁਚੈਲੀ ਕਿਸੇ ਦੀ ਵਿਚਾਰਧਾਰਾ ਹੋ ਸਕਦੀ ਹੈ। ਬੰਦਾ ਤੇ ਨਹਾ ਲਏਗਾ ਤੇ ਸਾਰੇ ਇੱਕੋ ਜਿਹੇ ਹੀ ਹੋ ਜਾਣਗੇ, ਮੈਲ ਉੱਥੇ ਕਾਹਦੀ ਲੱਗੀ ਹੈ ਸਾਨੂੰ। ਜਿਸ ਬੰਦੇ ਦੇ ਵਿਚਾਰ ਮੈਲੇ ਨੇ, ਉਹ ਹਮੇਸ਼ਾ ਹੀ ਮੈਲਾ ਰਹਿੰਦਾ ਹੈ। ਔਰ ਜੇ ਸਹੀ ਅਰਥਾਂ ਵਿੱਚ ਮੰਨਣਾ ਹੋਵੇ ਤੇ ਸ਼ੂਦਰ ਹੀ ਉਸ ਨੂੰ ਮੰਨਣਾ ਚਾਹੀਦਾ ਹੈ, ਭਾਵੇਂ ਉਹ ਬ੍ਰਾਹਮਣ ਦੇ ਘਰ 'ਚ ਪੈਦਾ ਹੋਇਆ ਹੋਵੇ, ਪਰ ਉਸ ਬੰਦੇ ਦੇ ਵਿਚਾਰ ਮੈਲੇ ਹੋਣ, ਉਹ ਹੀ ਸ਼ੂਦਰ ਹੁੰਦਾ ਹੈ। ਸ਼ੂਦਰ ਦੇ ਘਰ ਵਿੱਚ ਪੈਦਾ ਹੋਇਆ ਹੋਵੇ, ਲੇਕਿਨ ਉਹਦੇ ਵਿਚਾਰ ਭਗਤ ਰਵਿਦਾਸ ਜੀ ਵਾਲੇ ਹੋਣ, ਤੇ ਉਹ ਬ੍ਰਾਹਮਣ ਹੀ ਹੁੰਦਾ ਹੈ, ਉਹ ਸ਼ੂਦਰ ਨਹੀਂ ਹੁੰਦਾ। ਉਹ ਲੋਕ ਆਪਣੇ ਆਪ ਨੂੰ ਵੱਖਰਿਆਂ ਕਰਨ ਵਾਸਤੇ ਚੁਲੀਆਂ ਭਰਦੇ ਸਨ। ਇਹਨਾਂ ਜੀ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸਲੋਕ ਹੈ, ਪੰਨਾ ਨੰਬਰ 1240 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਉਹਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਨੇ ਵੇਰਵਾ ਦਿੱਤਾ ਹੈ ਸਾਨੂੰ ਵੀ ਉਹ ਲੋਕ ਚੁਲੀਆਂ ਭਰਦੇ ਸਨ। ਚੁਲੀ ਤੋਂ ਮਤਲਬ ਹੁੰਦਾ ਹੈ ਕਿ ਇਸ ਤਰ੍ਹਾਂ ਇੱਕ ਹੱਥ ਅੱਗੇ ਕਰੀਏ, ਉਹਦੇ ਉੱਤੇ ਜਿੰਨਾ ਪਾਣੀ ਆ ਜਾਏ ਉਸ ਨੂੰ ਚੁਲੀ ਆਖਦੇ ਨੇ, ਜਾਂ ਚੁਲਾ ਵੀ ਆਖ ਲੈਂਦੇ ਨੇ। ਉਹ ਪਾਣੀ ਮੂੰਹ ਵਿੱਚ ਲੈ ਕੇ ਤੇ ਉਹਦੀ ਕੁਰਲੀ ਕਰਕੇ ਉਹਨੂੰ ਬਾਹਰ ਸੁੱਟਣਾ, ਇਸ ਨੂੰ ਚੁਲੀ ਕਰਨਾ ਆਖਦੇ ਨੇ। ਔਰ ਇਸ ਦਾ ਇਹਦਾ ਸੰਬੰਧ ਜਿਹੜਾ ਉਹ ਧਰਮ ਦੇ ਖੇਤਰ ਵਿੱਚ ਵੀ ਬਣ ਗਿਆ। ਇੱਕ ਤੇ ਅਸੀਂ ਚੁਲੀ ਕਰਦੇ ਹਾਂ ਜਾਂ ਕੁਰਲੀ ਕਰਦੇ ਹਾਂ ਮੂੰਹ ਨੂੰ ਸਾਫ਼ ਕਰਨ ਲਈ ਅੰਦਰਲੇ ਪਾਸਿਓਂ,
ਇੱਕ ਅਸੀਂ ਇਹਨੂੰ ਧਰਮ ਨਾਲ ਜੋੜ ਕੇ ਕਰਦੇ ਹਾਂ ਕਿ ਜਿਸ ਬੰਦੇ ਨੇ ਚੁਲੀ ਭਰੀ ਹੈ ਪਾਣੀ ਦੀ, ਉਹ ਦੂਜਿਆਂ ਨਾਲੋਂ ਪਵਿੱਤਰ ਹੈ। ਆਪਾਂ ਵੀ ਸਿੱਖ ਲੋਕ ਜਦੋਂ ਕਿਸੇ ਸਰੋਵਰ ਤੇ ਜਾਂਦੇ ਹਾਂ, ਖਾਸ ਕਰਕੇ ਦਰਬਾਰ ਸਾਹਿਬ ਅੰਮ੍ਰਿਤਸਰ, ਉੱਥੇ ਆਪਾਂ ਵੀ ਹਰ ਕੀ ਪੌੜੀ ਬਣਾ ਲਈ ਹੈ। ਪਹਿਲਾਂ ਉਹ ਹਰਿਦੁਆਰ ਹੁੰਦੀ ਸੀ, ਉੱਥੇ ਹਰ ਕੀ ਪੌੜੀ ਤੇ ਜਾ ਕੇ ਆਪਾਂ ਵੀ ਇਸ ਤਰ੍ਹਾਂ ਚੁਲੀ ਭਰਦੇ ਹਾਂ, ਥੋੜ੍ਹਾ ਜਿਹਾ ਉਹ ਜਲ ਛਕ ਲੈਂਦੇ ਹਾਂ, ਥੋੜ੍ਹਾ ਜਿਹਾ ਆਪਣੇ ਉੱਤੋਂ ਐ ਪਿਛਾਂਹ ਨੂੰ ਸੁੱਟ ਦਿੰਦੇ ਹਾਂ, ਤੇ ਉਹ ਹੱਥ ਫਿਰ ਗਿੱਲੇ ਜਿਹੜੇ ਨੇ ਆਪਣੀਆਂ ਅੱਖਾਂ ਨੂੰ ਤੇ ਐ ਮੂੰਹ ਨੂੰ ਮਲ ਲੈਂਦੇ ਹਾਂ। ਤੇ ਆਪਾਂ ਵੀ ਇਸ ਤਰ੍ਹਾਂ ਹੀ ਸਮਝਦੇ ਹਾਂ ਕਿ ਅਸੀਂ ਹੁਣ ਪਵਿੱਤਰ ਹੋ ਗਏ ਹਾਂ, ਕਿਉਂਕਿ ਅਸੀਂ ਉਹ ਹਿੰਦੂ ਲੋਕ ਗੰਗਾ ਜਲ ਕਹਿੰਦੇ ਸਨ, ਅਸੀਂ ਉਹ ਉੱਥੋਂ ਦਾ ਸਰੋਵਰ ਦਾ ਜਲ ਲੈ ਲਿਆ। ਤੇ ਗੱਲ ਤੇ ਉਹੀ ਕਰਨੇ ਆ ਪਏ ਜਿਹੜੇ ਕਰਮ ਕਾਂਡਾਂ ਚੋਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਕੱਢਿਆ ਸੀ, ਅਸੀਂ ਮੁੜ ਕੇ ਉਹਨਾਂ ਹੀ ਕਰਮ ਕਾਂਡਾਂ ਵਿੱਚ ਫਸੇ ਹੋਏ ਹਾਂ। ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਲੈਣੀਆਂ ਨੇ, ਸਾਖੀਆਂ ਚੇਤੇ ਕਰਨ ਨਾਲ ਕੁਝ ਨਹੀਂ ਹੋਣ ਵਾਲਾ। ਉਹਨਾਂ ਦੀ ਸਿੱਖਿਆ ਸੀ ਜਿਹੜੀ ਕਿ ਜਿਹੜੀਆਂ ਤੁਸੀਂ ਚੁਲੀਆਂ ਭਰਦੇ ਹੋ, ਇਹਨਾਂ ਚੁਲੀਆਂ ਦੇ ਭਰਨ ਨਾਲ ਤੁਸੀਂ ਪਵਿੱਤਰ ਜਾਂ ਸੁੱਚੇ ਨਹੀਂ ਹੋ ਸਕਦੇ। ਅਸੀਂ ਇੱਕ ਬਚਨ ਪੜ੍ਹਦੇ ਹਾਂ ਜੀ ਭਗਤ ਕਬੀਰ ਸਾਹਿਬ ਜੀ ਦਾ। ਇਹ ਬਾਣੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਲਿਆਂਦੀ ਸੀ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪਵਿੱਤਰ ਬਾਣੀ ਨੂੰ ਆਦਿ ਬੀੜ ਸਾਹਿਬ ਦੇ ਵਿੱਚ ਜਗ੍ਹਾ ਦਿੱਤੀ, ਜਿੱਥੇ ਕਬੀਰ ਸਾਹਿਬ ਜੀ ਬ੍ਰਾਹਮਣ ਦੇ ਨਾਲ ਵਿਚਾਰ ਕਰਦੇ ਨੇ। ਬ੍ਰਾਹਮਣ ਨੂੰ ਪੁੱਛ ਰਹੇ ਨੇ ਕਿ ਕਹੋ ਪੰਡਿਤ ਸੂਚਾ ਕਵਨ ਥਾਉ, ਜਹਾਂ ਬੈਸ ਹੋਂ ਭੋਜਨ ਖਾਉ। ਇਸ ਪੂਰੀ ਧਰਤੀ ਦੇ ਉੱਤੇ ਮੈਨੂੰ ਦੱਸ ਕਿਹੜੀ ਪਵਿੱਤਰ ਥਾਂ ਹੈ, ਤੇ ਸਾਡਾ ਸਰੀਰ ਵੀ ਕਿਵੇਂ ਪਵਿੱਤਰ ਹੈ। ਇਹ ਵਿਚਾਰ ਉਹਦੇ ਨਾਲ ਚੱਲ ਰਹੀ ਹੈ ਜੀ। ਪੂਰਾ ਸ਼ਬਦ ਤੁਸੀਂ ਪੜ੍ਹਨਾ 1195 ਪੰਨਾ ਦੇ ਉੱਤੇ, ਉਹਦੀਆਂ ਕੁਝ ਪੰਕਤੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਉਹ ਕਹਿੰਦੇ ਸਨ ਕਿ ਅਸੀਂ ਸਭ ਝੂਠੇ ਹੀ ਹਾਂ, ਅਗਨ ਭੀ ਝੂਠੀ, ਪਾਣੀ ਝੂਠਾ, ਝੂਠੀ ਬੈਸ ਪਕਾਇਆ। ਅੱਗ ਦੇ ਵਿੱਚ ਜਦੋਂ ਅਸੀਂ ਲੱਕੜੀ ਆਦਿਕ ਬਾਲਦੇ ਹਾਂ ਜੀ, ਤੇ ਉਹਦੇ ਲੱਕੜੀ ਵਿੱਚ ਕਈ ਜੀਵ ਹੁੰਦੇ ਨੇ, ਕੀੜੇ ਮਕੌੜੇ। ਜਦੋਂ ਆਪਾਂ ਉਹਨੂੰ ਅੱਗ ਦੇ ਥੱਲੇ ਬਾਲਦੇ ਹਾਂ ਤੇ ਉਹ ਜੀਵ ਮਰਦੇ ਨੇ। ਉਸ ਭਾਵ ਤੋਂ ਲਈਏ ਤੇ ਇਹ ਅੱਗ ਵੀ ਝੂਠੀ ਹੋ ਗਈ, ਕਿਉਂਕਿ ਉਹਦੇ ਵਿੱਚ ਜੀਵ ਮਰ ਰਹੇ ਨੇ। ਪਾਣੀ ਝੂਠਾ, ਪਾਣੀ ਵਿੱਚ ਹਜ਼ਾਰਾਂ ਪ੍ਰਕਾਰ ਦੇ ਜੀਵ ਰਹਿੰਦੇ ਨੇ, ਔਰ ਜਿਹੜਾ ਆਪਾਂ ਪਾਣੀ ਪੀਂਦੇ ਹਾਂ ਨਾ ਜੀ, ਇਹਦੇ ਵਿੱਚ ਵੀ ਬਾਰੀਕ ਜੀਵ ਹੁੰਦੇ ਨੇ। ਉਸ ਬਿਨਾਂ ਤੇ ਪਾਣੀ ਵੀ ਝੂਠਾ ਹੈ, ਤੇ ਜਿਸ ਨੇ ਭੋਜਨ ਪਕਾਇਆ ਹੈ ਉਹਨੇ ਉਹੀ ਤੇ ਅੱਗ ਥੱਲੇ ਬਾਲੀ ਜਿਹੜੀ ਝੂਠੀ ਹੈ। ਉਸੇ ਪਾਣੀ ਵਿੱਚ ਹੀ ਭੋਜਨ ਪੱਕਿਆ ਜਿਹੜਾ ਝੂਠਾ ਹੈ, ਤੇ ਪਕਾਉਣ ਵਾਲੀ ਉਹਦੇ ਅੰਦਰ ਵੀ ਉਹੋ ਹੀ ਪਾਣੀ ਹੈ, ਉਹੋ ਹੀ ਭੋਜਨ ਹੈ, ਉਹ ਵੀ ਝੂਠੀ ਹੈ। ਝੂਠੀ ਕਰਛੀ ਪਰੋਸਣ ਲਾਗਾ, ਝੂਠੇ ਹੀ ਬੈਠ ਖਾਇਆ। ਉਸ ਪਕਾਉਣ ਵਾਲੀ ਨੇ ਕੜਛੀ ਫੜੀ, ਉਹ ਵੀ ਝੂਠੀ, ਤੇ ਜਿਸ ਸਾਜੋ ਸਮਾਨ ਤੋਂ ਇਹ ਕੜਛੀ ਬਣਦੀ ਹੈ ਉਹ ਕਿੱਥੋਂ ਦਾ ਪਵਿੱਤਰ ਹੈ। ਝੂਠੇ ਹੀ ਬੈਠ ਖਾਇਆ, ਜਿਨਨੇ ਬਹਿ ਕੇ ਉਹ ਭੋਜਨ ਛਕਿਆ ਉਹ ਚੁਲੀਆਂ ਕਰਨ ਵਾਲਾ ਭਾਈ, ਤੇ ਆਪਣੇ ਆਪ ਨੂੰ ਪਵਿੱਤਰ ਮੰਨਣ ਵਾਲਾ, ਉਹ ਵੀ ਝੂਠਾ ਹੀ ਹੈ। ਤੇ ਉਹਨੇ ਝੂਠੇ ਨਹੀਂ ਬਹਿ ਕੇ ਲੰਗਰ ਛਕ ਲਿਆ, ਤੇ ਫਿਰ ਚੁਲੀ ਭਰ ਕੇ ਆਖਦਾ ਮੈਂ ਪਵਿੱਤਰ ਹੋ ਗਿਆ। ਕਬੀਰ ਸਾਹਿਬ ਆਖਦੇ ਨੇ ਵੀ ਇਹਨਾਂ ਗੱਲਾਂ ਨਾਲ ਪਵਿੱਤਰ ਨਹੀਂ ਹੋਈਦਾ। ਕਹੈ ਕਬੀਰ ਤੇਈ ਨਰ ਸੂਚੇ, ਸਾਚੀ ਭਰੀ ਵਿਚਾਰਾ। ਅਸਲ ਵਿੱਚ ਉਹ ਲੋਕ ਸੁੱਚੇ ਹੋ ਜਾਂਦੇ ਨੇ, ਉਹ ਲੋਕ ਪਵਿੱਤਰ ਹੋ ਜਾਂਦੇ ਨੇ ਜਿਨ੍ਹਾਂ ਦੇ ਮਨ ਵਿੱਚ ਵਿਚਾਰ ਸੱਚੀ ਪੈਦਾ ਹੋ ਜਾਂਦੀ ਹੈ। ਉਸ ਸੱਚੀ ਤੇ ਸੁੱਚੀ ਵਿਚਾਰ ਦਾ ਸਦਕਾ ਮਨੁੱਖ ਪਵਿੱਤਰ ਤੇ ਸੁੱਚਾ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਸੂਚੇ ਇਹ ਨਾ ਆਖੀਐ ਹੈ ਬਹਿਨ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ।
ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਜੀ ਦੀ ਬਾਣੀ ਵਸ ਜਾਂਦੀ, ਵਾਹਿਗੁਰੂ ਜੀ ਦੀ ਸਿੱਖਿਆ ਵਸ ਜਾਂਦੀ, ਵਾਹਿਗੁਰੂ ਜੀ ਦਾ ਪਵਿੱਤਰ ਨਾਮ ਵਸ ਜਾਂਦਾ, ਉਹ ਮਨੁੱਖ ਸੁੱਚੇ ਹੋ ਜਾਂਦੇ। ਹੋਰ ਕੋਈ ਜ਼ਰੀਆ ਨਹੀਂ ਜੀ, ਹੋਰ ਕੋਈ ਤਰੀਕਾ ਨਹੀਂ। ਅਸੀਂ ਆਪਣੇ ਆਪ ਨੂੰ ਸੁੱਚਿਆ ਨਹੀਂ ਕਰ ਸਕਦੇ, ਆਪਣੇ ਆਪ ਨੂੰ ਪਵਿੱਤਰ ਨਹੀਂ ਕਰ ਸਕਦੇ। ਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਦੇ ਨੇ, ਨਾਨਕ ਚੁਲੀਆਂ ਸੁੱਚੀਆਂ ਜੇ ਭਰ ਜਾਣੇ ਕੋਏ। ਗੁਰੂ ਨਾਨਕ ਸਾਹਿਬ ਆਖਦੇ ਨੇ, ਐ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਬੰਦੇ ਤੇ ਚੁਲੀਆਂ ਭਰ ਕੇ ਆਪਣੇ ਆਪ ਨੂੰ ਮੂੰਹ ਵਿੱਚ ਪਾਣੀ ਦੀ ਚੁਲੀ ਲੈ ਕੇ ਪਵਿੱਤਰ ਅਖਵਾਉਣ ਵਾਲੇ ਬੰਦੇ, ਉਹਨਾਂ ਚੁਲੀਆਂ ਨਾਲ ਸੁੱਚੇ ਹੋ ਸਕੀਦਾ ਜੇ ਕੋਈ ਉਹ ਚੁਲੀਆਂ ਭਰਨਾ ਜਾਣਦਾ ਹੋਵੇ ਤਾਂ। ਉਹ ਚੁਲੀਆਂ ਕਿਹੜੀਆਂ ਨੇ? ਉਹ ਪਾਣੀ ਦੀਆਂ ਨਹੀਂ ਹਨ। ਆਓ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਉਹਨਾਂ ਬਚਨਾਂ ਤੋਂ ਸਮਝਦੇ ਹਾਂ, ਜਿਹਦੇ ਵਿੱਚ ਉਹਨਾਂ ਨੇ ਸਾਨੂੰ ਇਹ 6 ਜਣਿਆਂ ਨੂੰ ਇੱਕ ਤਰ੍ਹਾਂ ਨਾਲ ਸਿੱਖਿਆ ਦਿੱਤੀ ਹੈ। ਸੁਰਤੇ ਨੂੰ, ਭਾਵ ਸੁਰਤੀ ਵਾਲੇ ਬੰਦੇ ਨੂੰ, ਜਿਹੜਾ ਜਾਗਰਿਤ ਅਵਸਥਾ ਵਿੱਚ ਆਇਆ ਹੈ, ਉਹਨੂੰ ਗਿਆਨ ਬਖਸ਼ਿਆ ਗੁਰੂ ਜੀ ਨੇ ਕਿ ਤੂੰ ਕਿਹੋ ਜੀਆਂ ਚੁਲੀਆਂ ਭਰਨੀਆਂ ਨੇ। ਜੋਗੀ ਉਸ ਵਕਤ ਦਾ ਬੜਾ ਮਹਾਨ ਤੇ ਪੂਜਨੀਕ ਮਨੁੱਖ ਆਪਣੇ ਆਪ ਨੂੰ ਸਮਝਦਾ ਸੀ। ਉਹਨੂੰ ਸਿੱਖਿਆ ਦਿੱਤੀ ਕਿ ਤੈਨੂੰ ਕਿਹੋ ਜੀਆਂ ਚੁਲੀਆਂ ਭਰਨੀਆਂ ਚਾਹੀਦੀਆਂ ਨੇ। ਬ੍ਰਾਹਮਣ ਤੇ ਸਿਰੇ ਦਾ ਬੰਦਾ ਸੀ ਕਿ ਸਭ ਤੋਂ ਟੌਪ ਤੇ ਉਹ ਕਹਿੰਦਾ ਸੀ ਮੈਂ ਬ੍ਰਹਮਾ ਦੇ ਸਿਰ ਤੋਂ ਪੈਦਾ ਹੋਇਆ, ਬਾਕੀ ਸਾਰੇ ਥੱਲੇ ਵਾਲੇ ਅੰਗਾਂ ਤੋਂ ਪੈਦਾ ਹੋਏ ਨੇ। ਉਹਨੂੰ ਆਖਿਆ ਵੀ ਜਿਹੜੀਆਂ ਤੂੰ ਚੁਲੀਆਂ ਭਰ ਕੇ ਤੇ ਆਪਣੇ ਆਪ ਨੂੰ ਪਵਿੱਤਰ ਹੋਣਾ ਮੰਨਦਾ ਹੈ, ਇਹਦੇ ਨਾਲ ਕੋਈ ਪਵਿੱਤਰ ਨਹੀਂ ਹੁੰਦਾ। ਗ੍ਰਸਤੀ ਆਪਾਂ ਨਾ ਜੀ, ਇਹ ਜਿਹੜੇ ਬਾਕੀ 5 ਜਣੇ ਨੇ ਉਹਨਾਂ ਦੀ ਗੱਲ ਵੱਲ ਧਿਆਨ ਬੇਸ਼ੱਕ ਘੱਟ ਦਈਏ, ਪਰ ਗ੍ਰਸਤੀ ਵੱਲ ਧਿਆਨ ਆਪਾਂ ਵਧੇਰੇ ਦੇਣਾ, ਕਿਉਂਕਿ ਆਪਾਂ ਸਾਰੇ ਗ੍ਰਸਤੀ ਹਾਂ। ਆਪਾਂ ਨਾ ਤੇ ਉਹੋ ਜਿਹੇ ਜੋਗੀ ਹਾਂ ਕਿ ਅਸੀਂ ਘਰ-ਬਾਰ ਛੱਡ ਕੇ ਬਾਹਰ ਚਲੇ ਜਾਣਾ ਹੈ, ਨਾ ਆਪਾਂ ਆਪਣੇ 'ਚੋਂ ਕੋਈ ਰਾਜਾ ਵੀ ਨਹੀਂ ਹੈ। ਪੜ੍ਹੇ ਤੁਸੀਂ ਸਾਰੇ ਹੀ ਜੇ, ਪਰ ਅਸੀਂ ਦੁਨਿਆਵੀ ਵਿੱਦਿਆ ਪੜ੍ਹੀਏ, ਅਸੀਂ ਗੁਰਮਤਿ ਦੀ ਵਿੱਦਿਆ ਨੂੰ ਨਹੀਂ ਪੜ੍ਹਿਆ, ਇਸ ਲਈ ਅਸੀਂ ਪੜ੍ਹੇ ਵੀ ਨਹੀਂ ਹਾਂ। ਦੁਨਿਆਵੀ ਵਿੱਦਿਆ ਬੇਸ਼ੱਕ ਤੁਸੀਂ ਵਕੀਲ ਹੋਵੋਗੇ, ਬੇਸ਼ੱਕ ਤੁਸੀਂ ਜੱਜ ਹੋਵੋਗੇ, ਡਾਕਟਰ ਹੋਵੋਗੇ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਮੇਰਾ ਵਾਹ ਰਿਹਾ ਇਸ ਤਰ੍ਹਾਂ ਸੰਗਤ ਦੇ ਨਾਲ, ਇੱਥੇ ਗੁਰਦੁਆਰੇ 'ਚ ਮੈਂ ਜੌਬ ਜੂ ਕਰਦਾ ਉਸ ਕਾਰਨ, ਤੇ ਮੈਂ ਵੇਖਿਆ ਕਿ ਕਈ ਅਨਪੜ੍ਹ ਬੰਦੇ ਨੇ, ਉਹਨਾਂ ਦੀ ਵਿਚਾਰ ਇੰਨੀ ਚੰਗੀ ਹੈ ਕਿ ਸੱਚੀ ਉਹਨਾਂ ਅੱਗੇ ਸਿਰ ਝੁਕ ਜਾਂਦਾ। ਤੇ ਕਈ ਦੁਨਿਆਵੀ ਵਿੱਦਿਆ ਪੜ੍ਹੇ ਲਿਖੇ ਬੰਦੇ ਨੇ, ਜਿਨ੍ਹਾਂ ਵਿੱਚ ਅੰਤਾਂ ਦਾ ਹੰਕਾਰ ਹੁੰਦਾ ਹੈ, ਉਹਦੇ ਕੋਲੋਂ ਹੰਕਾਰ ਦੀ ਬਦਬੂ ਆਉਂਦੀ ਹੁੰਦੀ ਹੈ। ਸੋ ਅਸੀਂ ਪੜ੍ਹੇ ਵੀ ਨਹੀਂ ਹਾਂ। ਗੁਰੂ ਨਾਨਕ ਸਾਹਿਬ ਨੇ ਕਿਤੇ ਕਿਸੇ ਕਾਲਜ ਵਿੱਚੋਂ, ਯੂਨੀਵਰਸਿਟੀ ਵਿੱਚੋਂ ਕੋਈ ਡਿਗਰੀ ਨਹੀਂ ਸੀ ਲਈ। ਸੋ ਅਸੀਂ ਜੀ ਜ਼ਿਆਦਾ ਧਿਆਨ ਗ੍ਰਸਤ ਵੱਲ ਦੇਣਾ ਹੈ ਕਿ ਸਾਨੂੰ ਗ੍ਰਸਤੀਆਂ ਨੂੰ ਗੁਰੂ ਨਾਨਕ ਸਾਹਿਬ ਨੇ ਕਿਹੜੀਆਂ ਚੁਲੀਆਂ ਭਰਨ ਵਾਸਤੇ ਆਖਿਆ। ਸੁਰਤੇ ਚੁਲੀ ਗਿਆਨ ਕੀ। ਜਿਹੜਾ ਬੰਦਾ ਸੁਰਤੀ ਵਾਲਾ ਹੈ, ਜਿਹੜਾ ਬੰਦਾ ਸੁਰਤੀ ਵਾਲਾ ਤੋਂ ਭਾਵ ਸਰੋਤਾ ਵੀ ਹੁੰਦਾ ਹੈ ਜੀ, ਕਿਉਂਕਿ ਜਿਹੜਾ ਪੂਰੀ ਸੁਰਤ ਨੂੰ ਟਿਕਾ ਕੇ ਬਚਨ ਸੁਣਦਾ ਹੈ ਉਹਨੂੰ ਵੀ ਸੁਰਤੀ ਵਾਲਾ ਆਖਦੇ ਨੇ। ਜਿਹੜਾ ਪੂਰਾ ਧਿਆਨ ਟਿਕਾ ਕੇ ਬਚਨ ਕਰਦਾ ਹੈ ਉਹ ਵੀ ਸੁਰਤੀ ਵਾਲਾ ਹੁੰਦਾ ਹੈ। ਸੁਰਤੇ ਚੁਲੀ ਗਿਆਨ ਕੀ। ਇਹ ਪਾਣੀ ਵਾਲੀ ਚੁਲੀ ਭਰਨ ਨਾਲ ਕੁਝ ਨਹੀਂ ਕਿਸੇ ਨੇ ਪਵਿੱਤਰ ਹੋਣਾ। ਸੁਰਤੀ ਵਾਲੇ ਬੰਦੇ ਨੂੰ ਚਾਹੀਦਾ ਹੈ ਕਿ ਉਹ ਗਿਆਨ ਅਰਜਿਤ ਕਰੇ, ਗਿਆਨ ਇਕੱਠਾ ਕਰੇ ਤੇ ਉਸ ਗਿਆਨ ਨੂੰ ਆਪਣੇ ਜੀਵਨ ਵਿੱਚ ਫਿਰ ਲਾਗੂ ਕਰੇ। ਕੇਵਲ ਗਿਆਨ ਇਕੱਠਾ ਕਰਨ ਨਾਲ ਵੀ ਗੱਲ ਨਹੀਂ ਬਣਨੀ, ਗਿਆਨ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ। ਜੋਗੀ ਨੂੰ ਆਖਿਆ ਜੋਗੀ ਕਾ ਜਤ ਹੋਏ। ਜੇ ਸੱਚਮੁੱਚ ਹੀ ਤੂੰ ਜੋਗ ਧਾਰਨ ਕਰ ਲਿਆ ਹੈ ਤੇ ਫਿਰ ਆਪਣੀ ਨਿਗਾਹ ਨੂੰ ਮੈਲੀ ਕਰੇ, ਇਹ ਕਿਸੇ ਤਰ੍ਹਾਂ ਵੀ ਤੂੰ ਜੋਗੀ ਨਹੀਂ ਬਣ ਪਾਏਗਾ। ਜੇ ਸੱਚਮੁੱਚ ਤੂੰ ਕੋਈ ਚੁਲੀ ਭਰਨੀ ਹੈ ਤੇ ਆਪਣੇ ਮਨ ਦੇ ਉੱਤੇ ਕੰਟਰੋਲ ਕਰ। ਜਤ ਤੋਂ ਭਾਵ ਹੁੰਦਾ ਹੈ
ਕਾਮ ਵਾਸਨਾ ਤੇ ਕਾਬੂ ਪਾਉਣਾ। ਸੁਰਤੇ ਚੁਲੀ ਗਿਆਨ ਕੀ, जोगी का जत होए, ब्राह्मण चुली संतोख की। मैं बहुत ਥਾਵਾਂ ਤੇ ਵੇਖਿਆ, ਤੁਸੀਂ ਵੀ ਵੇਖਿਆ ਹੋਣਾ ਹੈ, ਬ੍ਰਾਹਮਣ ਕੋਈ ਅਕਾਲ ਚਲਾਣਾ ਕਰ ਜੇ ਨਾ ਭਾਈ, ਤੇ ਉਹਦੇ ਲਈ ਉਹ ਸੰਸਕਾਰ ਕਰਾਉਣ ਲਈ ਜਾਏ ਤੇ ਉੱਥੇ ਜਾ ਕੇ ਕਿਸ ਤਰ੍ਹਾਂ ਚੌਰਸ ਖਾਨਾ ਵਾਹ ਲੈਂਦਾ ਹੈ। ਮੰਤਰ ਛੋਟਾ ਮੋਟਾ ਪੜ੍ਹਦਾ, ਕੋਈ ਨਾ ਕਿਸੇ ਨੂੰ ਸਮਝ ਆਉਂਦਾ, ਸੰਸਕ੍ਰਿਤ ਵਿੱਚ ਹੁੰਦੇ ਨੇ, ਉਹਨੇ ਪੜ੍ਹਿਆ ਕਿ ਕਿਸੇ ਨੂੰ ਨਹੀਂ ਪਤਾ ਕਿ ਉਹਨੇ ਪੂਰਾ ਪੜ੍ਹਿਆ ਕਿ ਅਧੂਰਾ ਪੜ੍ਹਿਆ ਹੈ। ਛੋਟਾ ਜਿਹਾ ਮੰਤਰ ਪੜ੍ਹ ਕੇ ਆਖੇਗਾ ਇਸ ਖਾਨੇ ਵਿੱਚ ਇੰਨੀ ਮਾਇਆ ਰੱਖੋ, ਫਿਰ ਦੂਜਾ ਮੰਤਰ ਪੜ੍ਹੇਗਾ, ਫਿਰ ਦੂਜੇ ਖਾਨੇ ਤੇ ਹੱਥ ਰੱਖ ਕੇ ਆਖੇਗਾ ਇਹਦੇ ਵਿੱਚ ਇੰਨੀ ਮਾਇਆ ਰੱਖੋ, ਫਿਰ ਤੀਜੇ ਖਾਨੇ ਤੇ। ਇਸ ਤਰ੍ਹਾਂ ਉਹਨੇ ਬਹੁਤ ਸਾਰੇ ਖਾਨੇ ਵਾਏ ਹੁੰਦੇ ਨੇ। ਕਿਤੇ ਉਹ ਕੱਪੜੇ ਰਖਵਾਉਂਦਾ ਹੈ, ਕਿਤੇ ਉਹ ਮਾਇਆ ਰਖਵਾਉਂਦਾ ਹੈ, ਕਿਤੇ ਤੁਹਾਡੇ ਹੱਥ ਵਿੱਚ ਉਹਨੇ ਸੋਨੇ ਦੀ ਮੁੰਦਰੀ ਵੇਖ ਲਈ ਤੇ ਉਹ ਵੀ ਆਖਣ ਲਾ ਕੇ ਉਸ ਖਾਨੇ 'ਚ ਰੱਖ ਦਿਓ। ਮਤਲਬ ਸੰਤੋਖ ਨਹੀਂ ਹੈ ਅੰਦਰ। ਮੁਰਦਿਆਂ ਦੇ ਵੀ ਕੱਪੜੇ ਲਾਉਣ ਡਿਆ। ਇਹ ਮੁਰਦਿਆਂ ਦੇ ਕੱਪੜੇ ਲਾਉਣ ਵਾਲੀ ਗੱਲ ਜੀ। ਇੱਕ ਤੇ ਕਿਸੇ ਦਾ ਬੰਦਾ ਚੜ੍ਹਾਈ ਕਰ ਗਿਆ ਤੇ ਦੂਜਾ ਇਹਨੇ ਖਾਨੇ ਵਾਲੇ ਆ ਕੇ ਸੰਤੋਖੀ ਨਾ ਰਹਿ ਗਿਆ, ਲੋਭੀ ਤੇ ਲਾਲਚੀ ਹੋ ਗਿਆ। ਗੁਰੂ ਸਾਹਿਬ ਨੇ ਆਖਿਆ ਬ੍ਰਾਹਮਣ ਚੁਲੀ ਸੰਤੋਖ ਕੀ। ਬ੍ਰਾਹਮਣ ਨੂੰ ਚਾਹੀਦਾ ਉਹ ਸੰਤੋਖ ਧਾਰਨ ਕਰੇ। ਗਿਰਹੀ ਕਾ ਸਤ ਦਾਨ। ਗ੍ਰਸਤੀ ਵਾਸਤੇ ਦੋ ਬਚਨ ਨੇ ਜੀ ਗੁਰੂ ਨਾਨਕ ਸਾਹਿਬ ਜੀ ਦੇ, ਇੱਕ ਸਤ ਅਤੇ ਇੱਕ ਦਾਨ। ਗ੍ਰਸਤੀ ਬੰਦਾ ਕਿਵੇਂ ਪਵਿੱਤਰ ਹੋ ਸਕਦਾ ਹੈ? ਗ੍ਰਸਤੀ ਬੰਦੇ ਨੂੰ ਉਹ ਪਾਣੀ ਦੀਆਂ ਚੁਲੀਆਂ ਭਰ ਕੇ ਆਪਣੇ ਆਪ ਨੂੰ ਪਵਿੱਤਰ ਕਰਨ ਦੀ ਲੋੜ ਨਹੀਂ। ਹਾਂ, ਅਸੀਂ ਸਰੀਰ ਨੂੰ ਸਾਫ਼ ਕਰਨ ਲਈ ਅੰਦਰੋਂ ਬਾਹਰੋਂ ਪਾਣੀ ਵਰਤ ਸਕਦੇ ਹਾਂ, ਉਹ ਵਰਤਣਾ ਚਾਹੀਦਾ ਹੈ। ਲੇਕਿਨ ਜੇ ਕੋਈ ਆਖੇ ਕਿ ਮੈਂ ਇਸ ਤਰ੍ਹਾਂ ਦਾ ਕੋਈ ਕਰਮ ਕਾਂਡ ਕਰਕੇ ਹੁਣ ਮੈਂ ਪਵਿੱਤਰ ਹੋ ਗਿਆ, ਗੁਰੂ ਨਾਨਕ ਸਾਹਿਬ ਉਸ ਵਿਚਾਰਧਾਰਾ ਦੀ ਹਾਮੀ ਨਹੀਂ ਭਰਦੇ। ਉਹ ਕਹਿੰਦੇ ਨੇ ਗ੍ਰਸਤੀ ਬੰਦਾ ਕਿਵੇਂ ਪਵਿੱਤਰ ਹੋ ਸਕਦਾ? ਸਤ ਦਾਨ, ਦੋ ਚੀਜ਼ਾਂ। ਸਤ ਦਾ ਮਤਲਬ ਹੁੰਦਾ ਜੀ ਉੱਚਾ ਆਚਰਣ। ਉੱਚੇ ਆਚਰਣ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਬੰਦਾ ਸੱਚ ਬੋਲਣ ਦਾ ਧਾਰਨੀ ਹੋਵੇ। ਜਿਹੜੇ ਸਾਡੇ ਅੰਦਰ ਪੰਜ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਉਹਨਾਂ ਉੱਤੇ ਕਾਬੂ ਪਾ ਕੇ ਰੱਖੇ। ਬੰਦਾ ਸੰਤੋਖੀ ਹੋਵੇ। ਬੰਦਾ ਆਪਣੇ ਕਿਸੇ ਰਹਿਤ ਵਿੱਚ ਰਹਿੰਦਾ ਹੋਵੇ। ਇਸ ਨੂੰ ਸਤ ਆਖਦੇ ਨੇ, ਉੱਚਾ ਆਚਰਨ ਆਖਦੇ ਨੇ। ਤੇ ਦਾਨ ਦਾ ਮਤਲਬ ਹੁੰਦਾ ਜੀ ਸੇਵਾ। ਦਾਨ ਦਾ ਮਤਲਬ ਉਹ ਨਹੀਂ ਜਿਹੜਾ ਅਸੀਂ ਕਿਸੇ ਨੂੰ ਦਛਨਾ ਦਿੰਦੇ ਹਾਂ। ਕੋਈ ਮੰਗਤਾ ਆ ਗਿਆ, ਕੋਈ ਭਿਖਾਰੀ ਆ ਗਿਆ, ਉਹਦੀ ਝੋਲੀ ਵਿੱਚ ਅਸੀਂ ਖੈਰ ਪਾ ਕੇ ਤੇ ਕਹਿੰਦੇ ਹਾਂ ਦਾਨ ਕੀਤਾ। ਜਾਂ ਕਈ ਵਾਰੀ ਲੋਕੀ ਮਰ ਗਏ ਪ੍ਰਾਣੀ ਤੋਂ ਬਾਅਦ, ਧਰਮ ਸਥਾਨਾਂ ਤੇ ਜਾ ਕੇ ਉਹਦੇ ਨਿਮਿਤ ਦਾਨ ਕਰਦੇ ਨੇ। ਸਿੱਖ ਲੋਕ ਸ਼ਰਾਧ ਕਰਦੇ ਨੇ। ਸਿੱਖਾਂ ਨੂੰ ਤੇ ਸਮਝ ਆਉਣੀ ਨਹੀਂ ਜੀ, ਮੈਨੂੰ ਸਮਝ ਆ ਗਈ ਏ, ਇਹਨਾਂ ਦੇ ਪੱਲੇ ਕਦੀ ਕੋਈ ਗੱਲ ਨਹੀਂ ਪੈਣ ਵਾਲੀ। ਗੁਰੂ ਮਹਾਰਾਜ ਨੇ ਇੰਨਾ ਕੁਝ ਲਿਖਿਆ, ਅਜੇ ਵੀ ਇਹ ਸ਼ਰਾਧ ਕਰੀ ਜਾਂਦੇ ਨੇ। ਔਰ ਇੱਥੋਂ ਤੱਕ ਇਹ ਗੁਰੂ ਨਾਨਕ ਸਾਹਿਬ ਦਾ ਸ਼ਰਾਧ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਜਿਹੜੇ ਸਾਰੀ ਜ਼ਿੰਦਗੀ ਇਹਨਾਂ ਕਰਮ ਕਾਂਡਾਂ ਦੇ ਖਿਲਾਫ ਉਹਨਾਂ ਨੇ ਝੰਡਾ ਚੁੱਕੀ ਰੱਖਿਆ, ਅਸੀਂ ਉਹਨਾਂ ਦਾ ਵੀ ਸ਼ਰਾਧ ਕਰਨਾ ਸ਼ੁਰੂ ਕਰ ਦਿੱਤਾ। ਇਹ ਦਾਨ ਨਹੀਂ ਜੀ ਹੁੰਦਾ। ਦਾਨ ਦੇ ਅਰਥ ਗੁਰਮਤਿ ਵਿੱਚ ਹੁੰਦੇ ਨੇ ਸੇਵਾ। ਜਦੋਂ ਅਸੀਂ ਦਾਨ ਕਰਦੇ ਹਾਂ ਤੇ ਇਉਂ ਲੱਗਦਾ ਹੈ ਕਿ ਦਾਨ ਕਰਨ ਵਾਲਾ ਦਾਤਾ ਏ ਤੇ ਲੈਣ ਵਾਲਾ ਮੰਗਤਾ ਜਾਂ ਭਿਖਾਰੀ ਏ। ਇਹ ਦਾਨ ਵਿੱਚੋਂ, ਦਾਨ ਦੀ ਪਰਿਭਾਸ਼ਾ ਇਹ ਹੈ, ਦੇਣ ਵਾਲਾ ਦਾਤਾ, ਲੈਣ ਵਾਲਾ ਭਿਖਾਰੀ। ਸੇਵਾ ਦੀ ਇਹ ਪਰਿਭਾਸ਼ਾ ਕਦੇ ਵੀ ਨਹੀਂ ਹੋ ਸਕਦੀ। ਸੇਵਾ ਤੁਸੀਂ ਅਮੀਰ ਦੀ ਵੀ ਕਰ ਸਕਦੇ ਹੋ, ਸੇਵਾ ਤੁਸੀਂ ਗਰੀਬ ਦੀ ਵੀ ਕਰ ਸਕਦੇ ਹੋ, ਸੇਵਾ ਤੁਸੀਂ ਆਪਣੇ ਪਰਿਵਾਰ ਦੇ ਜੀਆਂ ਦੀ ਵੀ ਕਰ ਸਕਦੇ ਹੋ। ਕੋਈ ਵੀ ਦੁਨੀਆ ਵਿੱਚ ਲੋੜਵੰਦ ਹੋਵੇ ਉਸ ਦੀ ਸੇਵਾ ਕਰਨੀ, ਇਹ ਦਾਨ ਦੇਣਾ ਨਹੀਂ ਹੁੰਦਾ। ਸਗੋਂ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ ਕਿ ਅਸੀਂ ਸਾਰੇ ਭੈਣ ਭਰਾ ਹਾਂ।
ਇਹ ਵੱਖਰੀ ਗੱਲ ਏ, ਕਿਸੇ ਦੇ ਭਾਗਾਂ ਵਿੱਚ ਇੰਨਾ ਜ਼ਿਆਦਾ ਧਨ ਨਹੀਂ ਸੀ, ਕਿਸੇ ਦੇ ਭਾਗਾਂ 'ਚ ਸੀ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕੋਈ ਧਨਵਾਨ ਹੋ ਕੇ ਚੰਗਾ ਬੰਦਾ ਨਹੀਂ ਬਣ ਜਾਂਦਾ, ਤੇ ਕੋਈ ਗਰੀਬ ਹੋ ਕੇ ਮਾੜਾ ਨਹੀਂ ਹੋ ਜਾਂਦਾ। ਬੰਦੇ ਦੀ ਸੋਚ ਚੰਗੀ ਤੇ ਮਾੜੀ ਹੁੰਦੀ ਹੈ। ਜਦੋਂ ਅਸੀਂ ਸੇਵਾ ਕਰਨੀ, ਉੱਥੇ ਨਾ ਸੇਵਾ ਕਰਨ ਵਾਲਾ ਦਾਤਾ ਹੈ ਤੇ ਨਾ ਸੇਵਾ ਕਰਵਾਉਣ ਵਾਲਾ ਮੰਗਤਾ ਹੈ। ਅਸੀਂ ਗੁਰੂ ਸਾਹਿਬ ਨੇ ਆਖਿਆ ਤੁਸੀਂ ਸਾਰੇ ਇੱਕ ਪਿਤਾ ਦੇ ਪੁੱਤਰ ਹੋ, ਤੇ ਫਿਰ ਜਦੋਂ ਅਸੀਂ ਕਿਸੇ ਆਪਣੇ ਭਰਾ ਦੀ ਸੇਵਾ ਕਰਾਂਗੇ, ਉਹਦੇ 'ਚ ਕੁਝ ਵੀ ਅਸੀਂ ਕਿਸੇ ਉੱਤੇ ਅਹਿਸਾਨ ਨਹੀਂ ਕਰ ਰਹੇ ਹੁੰਦੇ। ਉਹਦਾ ਮਤਲਬ ਸਿਰਫ ਇੰਨਾ ਕੀ ਹੁੰਦਾ ਹੈ ਕਿ ਇੱਕ ਕੋਲ ਹੈ, ਦੂਜੇ ਨੂੰ ਜ਼ਰੂਰਤ ਹੈ, ਉਹਦੀ ਜ਼ਰੂਰਤ ਨੂੰ ਪੂਰਿਆਂ ਕਰ ਦੇਵੇ, ਤੇ ਇਹ ਕਰਕੇ ਰੱਬ ਦਾ ਸ਼ੁਕਰ ਮਨਾਵੇ ਕਿ ਤੂੰ ਮੈਨੂੰ ਕੁਝ ਸੇਵਾ ਕਰਨ ਦਾ ਮੌਕਾ ਦਿੱਤਾ। ਸੋ ਜੀ ਅੱਜ ਆਪਾਂ ਗੱਲ ਇੱਥੇ ਹੀ ਸਮਾਪਤ ਕਰ ਦਿੰਦੇ ਹਾਂ। ਅਗਲੇ ਸ਼ੁੱਕਰਵਾਰ ਫਿਰ ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰ ਲਵਾਂਗੇ, ਕਿਉਂਕਿ ਅੱਜ ਸਮਾਂ ਮੇਰੇ ਕੋਲ ਅੱਧਾ ਘੰਟਾ ਹੀ ਸੀ। ਸੋ ਅੱਜ ਤੁਸੀਂ ਇੰਨੇ ਕੁ ਬਚਨ ਪ੍ਰਵਾਨ ਕਰਨਾ। ਇਸ ਤੋਂ ਅੱਗੇ ਜਿਹੜੀਆਂ ਚੁਲੀਆਂ ਕਿੰਨੇ ਕਿਵੇਂ ਦੀਆਂ ਭਰਨੀਆਂ ਨੇ, ਉਹ ਗੁਰੂ ਨਾਨਕ ਸਾਹਿਬ ਜੀ ਨੇ ਆਪਾਂ ਨੂੰ ਸਿਖਾਇਆ ਹੈ। ਤੇ ਆਪਾਂ ਗੁਰੂ ਨਾਨਕ ਸਾਹਿਬ ਦੀਆਂ ਛੋਟੀਆਂ ਸਾਖੀਆਂ ਵੀ ਬੇਸ਼ੱਕ ਯਾਦ ਰੱਖੋ, ਲੇਕਿਨ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਚੇਤੇ ਰੱਖਣਾ ਹੈ। ਆਪਾਂ ਗ੍ਰਸਤੀ ਲੋਕ ਹਾਂ, ਤੇ ਅੱਜ ਦੀ ਸਿੱਖਿਆ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਇਹ ਦੋ ਗੱਲਾਂ ਆਖੀਆਂ ਨੇ। ਗ੍ਰਸਤੀ ਵਾਸਤੇ ਇੱਕ ਉੱਚਾ ਆਚਰਨ, ਤੇ ਦੂਜਾ ਉਹਦੇ ਅੰਦਰ ਸੇਵਾ ਦੀ ਭਾਵਨਾ। ਇਹ ਦੋ ਚੀਜ਼ਾਂ ਅੱਜ ਆਪਾਂ ਪੱਲੇ ਬੰਨੀਏ। ਆਪਾਂ ਗ੍ਰਸਤੀ ਲੋਕ ਹਾਂ, ਬਸ ਉੱਚਾ ਆਚਰਨ, ਉਹਦੇ ਵਿੱਚ ਨਾਮ ਸਿਮਰਨ ਵੀ ਆਉਂਦਾ ਹੈ ਜੀ। ਉੱਚੇ ਆਚਰਨ ਵਿੱਚ ਨਾਮ ਸਿਮਰਨ ਕਰਨਾ, ਸੰਤੋਖੀ ਹੋਣਾ, ਸਾਰੇ ਸ਼ੁਭ ਗੁਣਾਂ ਨੂੰ ਧਾਰਨ ਕਰਨਾ, ਤੇ ਮਨੁੱਖਤਾ ਦੀ, ਜੀਵਾਂ ਦੀ, ਪ੍ਰਕਿਰਤੀ ਦੀ ਸੇਵਾ ਕਰਨਾ। ਮੈਂ ਤੇ ਇਸ ਤਰ੍ਹਾਂ ਵੀ ਕਈ ਵਾਰੀ ਆਖਦਾ ਹੁੰਨਾ ਕਿ ਤੁਸੀਂ ਕਿਸੇ ਫੁੱਲਾਂ ਦੇ ਬੂਟੇ ਨੂੰ ਪਾਣੀ ਦੀ ਘੁੱਟ ਪਾ ਦਿੱਤੀ ਨਾ, ਤੁਹਾਡੀ ਉਹ ਵੀ ਸੇਵਾ ਹੈ। ਤੁਸੀਂ ਰਸਤੇ ਵਿੱਚ ਆਉਂਦੇ ਸੀ, ਪਾਰਕਿੰਗ ਲਾਟ ਵਿੱਚ ਕਿਤੇ ਕੋਈ ਕਾਗਜ਼ ਡਿੱਗਾ ਸੀ, ਕੋਈ ਰੋੜੀ ਪੱਥਰ ਪਿਆ ਸੀ, ਤੁਸੀਂ ਉਹ ਚੁੱਕ ਕੇ ਉਧਰ ਪਾਸੇ ਕਰ ਦਿੱਤੀ, ਤੁਹਾਡੀ ਉਹ ਵੀ ਸੇਵਾ ਹੈ। ਸੇਵਾ ਵਿਖਾਉਣ ਦਾ ਕੰਮ ਨਹੀਂ ਜੀ। ਅਸੀਂ ਤੇ ਇੱਥੇ ਆ ਕੇ ਸਟੇਜਾਂ ਤੋਂ ਬੋਲਣਾ ਹੁੰਦਾ ਹੈ ਨਾ ਕਿ ਫਲਾਣੇ ਨੇ ਇੰਨੀ ਸੇਵਾ ਕੀਤੀ, ਤੇ ਨਾ ਉੱਚੇ ਤੇ ਕੱਲ ਨੂੰ ਅਸੀਂ ਅਖਬਾਰਾਂ 'ਚ ਆਪਣੀਆਂ ਫੋਟੋਆਂ ਲਵਾਉਣੀਆਂ ਨੇ। ਇਹ ਕੋਈ ਸੇਵਾ ਨਹੀਂ ਜੀ, ਇਹ ਵਿਖਾਵਾ ਹੈ, ਇਹ ਹਉਮੈ ਆ, ਨਿਰੀ ਹਉਮੈ। ਗੁਰੂ ਮਹਾਰਾਜ ਨੇ ਸਾਨੂੰ ਇਸ ਤੋਂ ਵਰਜਿਆ ਹੋਇਆ। ਉਹਨਾਂ ਨੇ ਆਖਿਆ ਸੇਵਾ ਕਰ, ਦੂਜੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਇੱਕ ਹੱਥ ਨਾਲ ਤੂੰ ਸੇਵਾ ਕਰਤੀ ਤੇ ਭੁੱਲ ਜਾ, ਕਰ ਦਿੱਤੀ, ਬਸ ਇੱਥੇ ਹੀ ਗੱਲ ਖਤਮ। ਕਿਸੇ ਨੂੰ ਨਹੀਂ ਦੱਸਣਾ ਕਿ ਮੈਂ ਆਹ ਕੀਤਾ ਤੇ ਮੈਂ ਉਹ ਕੀਤਾ। ਜੋ ਤੂੰ ਕੀਤਾ, ਜਿਸ ਨੇ ਤੇਰੇ ਤੋਂ ਕਰਵਾਇਆ, ਉਹ ਬੜੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੂੰ ਕੀ ਕੀਤਾ ਹੈ। ਸੋ ਜੀ ਅੱਜ ਆਪਾਂ ਇੱਥੇ ਵਿਚਾਰ ਸਮਾਪਤ ਕਰਦੇ ਹਾਂ, ਫਿਰ ਆਪਾਂ ਸ਼ੁੱਕਰਵਾਰ ਨੂੰ ਇੱਥੋਂ ਹੀ ਗੱਲ ਪ੍ਰਾਰੰਭ ਕਰਾਂਗੇ। ਅੱਜ ਤੁਸੀਂ ਇੰਨੇ ਕੁ ਬਚਨ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।